ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੁਆਰਾ ਲਿਖਿਆ ਹੋਇਆ ਨਾਵਲ ਸ਼੍ਰੀਮਾਨ ਭਾਈ ਵਿਜੇ ਸਿੰਘ। ਪਹਿਲਾ ਕਾਂਡ। ਲਾਹੌਰ ਸ਼ਹਿਰ ਯੁੱਧਾਂ ਜੰਗਾਂ ਦਾ ਇੱਕ ਭਾਰੀ ਪਿੜ ਰਹਿ ਚੁੱਕਾ ਹੈ, ਜਿਨ੍ਹਾਂ ਦਾ ਪੂਰਾ ਵੇਰਵਾ ਲਿਖਣੇ ਲਈ ਬਹੁਤ ਸਮਾਂ ਤੇ ਵਡੇਰੀ ਪੁਸਤਕ ਚਾਹੀਏ। ਅਸੀਂ ਇੱਥੇ ਸੰਪਤ 1808 ਤੇ 1909 ਬਿਕਰਮੀ ਦੇ ਲਗਭਗ ਦੇ ਕੁਝ ਭੋਰਾ ਕੁ ਸਮਾਚਾਰ ਦੱਸਦੇ ਹਾਂ। ਮੀਰ ਮੰਨੂ ਨੇ ਕਾਬਲ ਦੇ ਪਾਤਸ਼ਾਹ ਅਹਿਮਦ ਸ਼ਾਹ ਦੁਰਾਨੀ ਪਾਸੋਂ ਹਾਰ ਖਾ ਕੇ ਸੁਲ੍ਹਾ ਦੀ ਬੇਨਤੀ ਕੀਤੀ, ਜੋ 50 ਲੱਖ ਰੁਪਈਆ ਤੇ ਹੋਰ ਮਾਲ ਮਤਾ ਦੇ ਕੇ ਪ੍ਰਵਾਨ ਹੋਈ। ਅਰ ਫਿਰ ਮੀਰ ਮੰਨੂ ਲਾਹੌਰ ਦੀ ਹਾਕਮ ਪਿੱਛੇ ਵਾਂਗੂ ਦ੍ਰਿੜ ਰਿਹਾ। ਮਹਾਰਾਜਾ ਕੌੜਾ ਮੱਲ ਖਾਲਸੇ ਦਾ ਸੱਚਾ ਮਿੱਤਰ ਅਰ ਦੀਵਾਨ ਲਖਪਤ ਪੱਕਾ ਵੈਰੀ, ਦੋਵੇਂ ਇਸ ਸੰਸਾਰ ਦੀ ਖੇਡ ਵਿੱਚੋਂ ਆਪੋ ਆਪਣਾ ਹਿੱਸਾ ਖੇਡ ਕੇ ਅਕਾਲ ਪੁਰਖ ਦੇ ਹਜ਼ੂਰ ਵਡਿਆਈ ਤੇ ਅਨਾਦਰ ਦੇ ਸਵਾਦ ਚੱਖ ਰਹੇ ਸਨ। ਖਾਲਸੇ ਦਾ ਸਰਕਾਰ ਵਿੱਚ ਕੋਈ ਮਿੱਤਰ ਨਹੀਂ ਸੀ। ਮੀਰ ਮੰਨੂ ਭਾਵੇਂ ਸਿੱਖਾਂ ਤੋਂ ਕਈ ਵੇਰ ਮਦਦ ਲੈ ਚੁੱਕਾ ਸੀ, ਪਰ ਉਹ ਗੌਂ ਭਣਾਵੇ ਜੌਂ ਵਾਲੀ ਗੱਲ ਸੀ। ਉਸਦੇ ਕੁਟਲ ਹਿਰਦੇ ਵਿੱਚ ਵੈਰ ਵਿਰੋਧ ਨੇ ਸੱਪ ਦੇ ਜ਼ਹਿਰ ਦੀਆਂ ਕੁਚਲੀਆਂ ਵਾਂਗ ਡੂੰਘੇ ਥੈਲੇ ਭਰ ਰੱਖੇ ਸਨ, ਜੋ ਫਿਰ ਹਾਕਮ ਬਣ ਕੇ ਅਰ ਸਿਰ ਪਈ ਬਲਾ ਦੇ ਮੂੰਹੋਂ ਸੁੱਕਾ ਬਚ ਜਾਣ ਕਰਕੇ ਉਹ ਅਜਿਹਾ ਨਿਡਰ ਹੋ ਗਿਆ ਕਿ ਅੱਗੇ ਤੋਂ ਵੱਧ ਕੇ ਜ਼ੁਲਮ ਕਰਨ ਲੱਗਾ। ਇਸ ਸਮੇਂ ਲਾਹੌਰ ਵਿੱਚ ਇੱਕ ਚੂੜ ਮੱਲ ਨਾਮੀ ਵੱਡਾ ਸ਼ਾਹੂਕਾਰ ਅਰ ਸਰਕਾਰੀ ਅਹੁਦੇਦਾਰ, ਵੱਡੀਆਂ ਦਾ ਘਾਊ ਕੱਪ ਭੰਡਾਰ, ਜ਼ੁਲਮ ਤੇ ਅੱਧੀ ਦਾ ਅਵਤਾਰ ਵਸਦਾ ਸੀ। ਇਸ ਦਾ ਪੁੱਤ ਰਾਮ ਲਾਲ ਅੰਮ੍ਰਿਤਸਰ ਦੇ ਇਲਾਕੇ ਮਾਝੇ ਵਿੱਚ ਕਿਸੇ ਅਸਾਮੀ ਤੇ ਸਰਕਾਰੀ ਨੌਕਰ ਸੀ। ਇੱਕ ਦਿਨ ਦੀ ਗੱਲ ਹੈ ਕਿ ਸੰਝ ਕੁ ਵੇਲੇ ਦੀਵਾਨ ਸਾਹਿਬ ਦੇ ਘਰ ਜਨਾਨੇ ਖਾਨੇ ਵਿੱਚ ਬੜੀ ਗਹਿਮਾ ਗਹਿਮੀ ਹੋ ਰਹੀ ਸੀ। ਦੀਵਾਨ ਸਾਹਿਬ ਇੱਕ ਈਰਾਨੀ ਗਲੀਚੇ ਪੁਰ ਗੌਦਮ ਤਕੀਏ ਦੀ ਢੋਹ ਲਾ ਕੇ ਬੈਠੇ ਹੋਏ ਸਨ। ਸਾਹਮਣੇ ਪਾਸੇ ਇਹਨਾਂ ਦੀ ਇਸਤਰੀ ਢਲਦੀ ਅਵਸਥਾ ਦੀ ਇੱਕ ਸੁਨਹਿਰੀ ਪੀੜ੍ਹੀ ਪਰ ਬੈਠੀ ਪੋਤਰੇ ਦੀ ਕੁੜਮਾਈ ਦਾ ਸਮਾਚਾਰ ਕਹਿ ਰਹੀ ਸੀ। ਧੀ ਕੋਲ ਬੈਠੀ ਕਸੀਦਾ ਕੱਢ ਰਹੀ ਸੀ ਔਰ 9 ਦਹਲੀਜ਼ਾਂ ਦੇ ਨਾਲ ਚੰਬੇਲੀ ਵਾਂਗ ਸਿਰ ਝੁਕਾਈ ਸਰੂ ਬਾਗ ਦੀ ਬੁੱਕਲ ਵਿੱਚ ਬਿਜੜੇ ਦੇ ਆਲ੍ਹਣੇ ਵਰਗਾ ਘੁੰਡ ਕੱਢੀ ਧਰਤੀ ਨਾਲ ਗੱਲਾਂ ਕਰ ਰਹੀ ਸੀ ਕਿ ਇੱਕ ਟੈਲਰ ਨੇ ਆ ਕੇ ਖਬਰ ਦਿੱਤੀ, ਜੋ ਪ੍ਰੋਹਿਤ ਹੁਰੀ ਆਏ ਹਨ ਔਰ ਆਖਦੇ ਹਨ ਬੜਾ ਜ਼ਰੂਰੀ ਕੰਮ ਹੈ। ਦੀਵਾਨ ਸਾਹਿਬ ਨੇ ਕਿਹਾ ਕਿ ਉਹਨਾਂ ਨੂੰ ਇੱਥੇ ਹੀ ਲੈ ਆਓ ਤੇ ਦੂਜੀ ਗੋਲੀ ਨੂੰ ਇੱਕ ਸੈਨਤ ਕੀਤੀ, ਜਿਸ ਨੇ ਝਟਪਟ ਇੱਕ ਚੰਨਣ ਦੀ ਚੌਂਕੀ ਢਾਹ ਕੇ ਉੱਪਰ ਗਲੀਚਾ ਵਿਛਾ ਕੇ ਤਕੀਆ ਰੱਖ ਦਿੱਤਾ। ਮਿਸਰ ਜੀ ਅੰਦਰ ਆਏ। ਸਰੀਰ ਪਤਲਾ, ਰੰਗ ਪੀਲਾ, ਨੁਹਾਰ ਤ੍ਰਿਖੀ ਤੇ ਵਿੱਚ ਐਸੇ ਚਿੰਨ੍ਹ ਚਿਹਰੇ ਪੁਰ ਦਿਸਦੇ ਸਨ ਜੋ ਦਿਲ ਦੀ ਪੇਚਦਾਰ ਬਨਾਵਟ ਦਾ ਕੁਝ ਪਤਾ ਦਿੰਦੇ ਸਨ। ਆਪ ਆ ਕੇ ਚੌਂਕੀ ਪਰ ਸਜ ਗਏ। ਦੀਵਾਨ ਸਾਹਿਬ ਅਰ ਸਾਰੇ ਪਰਿਵਾਰ ਨੇ ਮੱਥਾ ਟੇਕਿਆ। ਪੰਡਿਤ ਜੀ ਨੇ ਆਸ਼ੀਰਵਾਦ ਦਿੱਤੀ ਅਰ ਹੱਥ ਨਾਲ ਸਭ ਨੂੰ ਬੈਠਣ ਦੀ ਸੈਨਤ ਕੀਤੀ। ਫਿਰ ਬੋਲੇ, ਦੀਵਾਨ ਸਾਹਿਬ, ਬੜੇ ਅਸਚਰਜ ਦੀ ਗੱਲ ਹੈ। ਹੇ ਰਾਮ, ਕਲਯੁਗ ਆ ਗਿਆ। ਸ਼ਾਸਤਰ ਵੈਦ ਸੱਚ ਲਿਖ ਗਏ ਹਨ ਕਿ ਕਲਯੁਗ ਵਿੱਚ ਬੜੇ ਅਨਰਥ ਹੋਣਗੇ। ਸੋ ਪ੍ਰਤੱਖ ਦੇਖ ਲਿਆ, ਕਲਯੁਗ ਆ ਗਿਆ, ਘੋਰ ਕਲਯੁਗ। ਦੀਵਾਨ ਅਸਚਰਜ ਹੋ ਗਏ। ਪੰਡਿਤ ਜੀ, ਕੀ ਹੋ ਗਿਆ ਹੈ? ਮਿਸਰ, ਕੀ ਕਹਾਂ, ਹੋਸ਼ ਟਿਕਾਣੇ ਨਹੀਂ। ਜਿਸ ਵੇਲੇ ਗੱਲ ਸੁਣੀ ਹੱਥਾਂ ਦੇ ਤੋਤੇ ਉੱਡ ਗਏ ਹਨ। ਬੜਾ ਅਨਰਥ ਹੋਇਆ, ਭਗਵਾਨ ਭਗਵਾਨ। ਦੀਵਾਨ, ਮਿਸਰ ਜੀ, ਵਾਸਤੇ ਨਰੈਣ ਦੇ ਛੇਤੀ ਦੱਸੋ ਕਿ ਕੀ ਹੋਇਆ। ਪੰਡਿਤ ਜੀ ਦੀ ਇਸ ਘਬਰਾਹਟ ਦਾ ਅਸਰ ਤ੍ਰੀਮਤਾਪੁਰ ਐਸਾ ਪਿਆ ਕਿ ਹਥੌੜੀ ਵੱਜੇ ਘੜਿਆਲ ਵਾਂਗੂ ਥਰ ਕੰਬਣ ਲੱਗ ਪਈਆਂ। ਮਿਸਰ, ਮਹਾਰਾਜ, ਕੀ ਕਹਾਂ, ਹੌਸਲਾ ਨਹੀਂ ਪੈਂਦਾ ਕਿ ਐਸੀ ਖਬਰ ਆਪ ਮੇਰੇ ਮੂੰਹੋਂ ਸੁਣੋ, ਪਰ ਕੀ ਕਰਾਂ, ਆਪ ਦਾ ਬਚਾਓ ਇਸੇ ਵਿੱਚ ਹੀ ਹੈ। ਦੀਵਾਨ, ਮਿਸਰ ਜੀ, ਫਿਰ ਛੇਤੀ ਦੱਸੋ। ਮਿਸਰ ਦੀਆਂ ਅੱਖਾਂ ਵਿੱਚ ਜਲ ਭਰ ਆਇਆ ਅਰ ਰੁਕੀ ਹੋਈ ਆਵਾਜ਼ ਵਿੱਚ ਬੋਲਿਆ, ਜਜਮਾਨ ਭਗਵਾਨ, ਰਾਮ ਲਾਲ
ਰਾਮ ਲਾਲ, ਰਾਮ ਲਾਲ, ਆਵਾਜ਼ ਰੁਕ ਗਈ। ਦੀਵਾਨ, ਹਾਏ ਪਿਆਰੇ ਨੂੰ ਕੀ ਹੋਇਆ? ਝੰਮਦੇ ਦੱਸੋ। ਮਿਸਰ, ਰਾਮ ਲਾਲ ਸਿੱਖ ਹੋ ਗਿਆ। ਇਹ ਖਬਰ ਬਿਜਲੀ ਵਾਂਗ ਪਈ। ਇੱਕਦਮ ਸਾਰੇ ਟੱਬਰ ਦੀਆਂ ਚੀਕਾਂ ਨਿਕਲ ਗਈਆਂ। ਹਾਏ ਹਾਏ ਨਾਲ ਕਮਰਾ ਗੂੰਜ ਉੱਠਿਆ। ਨੇਤਰਾਂ ਨੇ ਜਲ ਦਾ ਪ੍ਰਵਾਹ ਬਰਖਾ ਰੁੱਤ ਦੇ ਮੀਂਹ ਵਾਂਗ ਬਹਾਇਆ। ਸਾਰੇ ਘਰ ਵਿੱਚ ਕਾਵਾਂ ਰੌਲੀ ਪੈ ਗਈ। ਮਾਲਕਾਂ ਨੂੰ ਵੇਖ ਕੇ ਪਾਸ ਖਲੋਤੀਆਂ ਦਾਸੀਆਂ ਵੀ ਨਾ ਰੁਕ ਸਕੀਆਂ। ਉਹ ਵੀ ਫੁਹਾਰਿਆਂ ਵਾਂਗ ਫੁੱਟ ਫੁੱਟ ਕੇ ਰੋਈਆਂ। ਪਹਿਲੇ ਤਾਂ ਮਿਸਰ ਜੀ ਚੁੱਪ ਬੈਠੇ ਰਹੇ, ਫਿਰ ਕੁਝ ਸੋਚ ਕੇ ਉੱਠੇ ਅਰ ਦੀਵਾਨ ਸਾਹਿਬ ਨੂੰ ਥਾਪੀ ਦੇ ਕੇ ਕਹਿਣ ਲੱਗੇ, ਦੀਵਾਨ ਸਾਹਿਬ ਜਰਾ ਹੋਸ਼ ਕਰੋ। ਇਸ ਤਰ੍ਹਾਂ ਬੇਵਸ ਹੋਇਆਂ ਭਾਰੀ ਕਲੇਸ਼ ਨਿਕਲੇਗਾ। ਬਾਹਰ ਰੌਲਾ ਪੈ ਗਿਆ ਤਾਂ ਨਵਾਬ ਸਾਹਿਬ ਨੂੰ ਖਬਰ ਹੋ ਜਾਊ। ਫਿਰ ਤੁਸੀਂ ਜਾਣਦੇ ਹੋ ਕਿ ਘਾਣ ਬਚਾ ਪੀੜਿਆਂ ਜਾਣ ਦਾ ਡਰ ਹੈ। ਹੁਣ ਤਾਂ ਬੰਨ ਨੂੰ ਬੰਨਣ ਦਾ ਵੇਲਾ ਹੈ, ਰੋਣ ਦਾ ਨਹੀਂ ਹੈ। ਇਹ ਸੁਣ ਕੇ ਚੁੱਪ ਹੋ ਗਏ। ਗੋਲੀਆਂ ਕਿਸੇ ਬਹਾਨੇ ਬਾਹਰ ਘੱਲੀਆਂ ਤੇ ਸਲਾਹ ਲੱਗੀ ਹੋਣ। ਦੀਵਾਨ, ਮਿਸਰ ਜੀ ਪਹਿਲੇ ਇਹ ਦੱਸੋ, ਇਹ ਉਪੱਦਰ ਹੋਇਆ ਕੀ ਕੁਨ? ਮਿਸਰ ਜੀ, ਹੋਣਾ ਕੀ ਕੁਰਸੀ, ਸੰਗਤ ਨਾਲ ਪੱਟਿਆ ਇਸ ਸੰਗਤ ਨੇ। ਤੁਹਾਨੂੰ ਮੈਂ ਅੱਗੇ ਵੀ ਹਟਕਿਆ ਸੀ ਕਿ ਅੰਮ੍ਰਿਤਸਰ ਲਾਗੇ ਨਾ ਘੱਲੋ, ਮੁੰਡਾ ਵਿਗੜ ਜਾਏਗਾ। ਉਹ ਤਾਂ ਇੱਥੇ ਹੀ ਸਿੱਖਾਂ ਦਾ ਮੇਲੀ ਸੀ, ਉੱਥੇ ਜਾ ਕੇ ਕਦ ਬਚਿਆ? ਤੁਹਾਨੂੰ ਪਤਾ ਹੈ ਕਿ ਨਹੀਂ ਕਿ ਪਿਛਲੀ ਕਤਲਾਮ ਵੇਲੇ ਸਿੱਖਾਂ ਪਰ ਕਿੱਡਾ ਤਰਸ ਕਰਦਾ ਰਿਹਾ ਹੈ। ਮੈਂ ਤੁਹਾਨੂੰ ਉਦੋਂ ਵੀ ਬੜਾ ਹੌੜਦਾ ਸੀ, ਪਰ ਤੁਸੀਂ ਕਿਹਾ ਵੱਡਾ ਹੋ ਕੇ ਆਪੇ ਸਮਝ ਜਾਏਗਾ। ਦੀਵਾਨ, ਹੁਣ ਕੀ ਕਰੀਏ ਵਕਤ ਵਿਹਾਣੇ ਨੂੰ। ਹਾਏ ਪੁੱਤਰ, ਤੈਂ ਕੀ ਕੀਤਾ? ਮਿਸਰ, ਹੁਣ ਉਪਰਾਲਾ ਕਰੋ ਕੁਝ, ਪਹਿਲਾਂ ਤਾਂ ਨਵਾਬ ਸਾਹਿਬ ਤੱਕ ਖਬਰ ਨਾ ਹੋਵੇ। ਦੀਵਾਨ, ਮੇਰੀ ਤਾਂ ਹੋਸ਼ ਟਿਕਾਣੇ ਨਹੀਂ, ਤੁਸੀਂ ਹੀ ਕੁਝ ਕਰੋ। ਦੀਵਾਨਨੀ, ਹਾਂ ਤੁਸੀਂ ਹੀ ਬੋੜੋ ਪੰਡਿਤ ਜੀ, ਸਾਡੇ ਤਾਂ ਲੇਖ ਸੜ ਗਏ। ਧੀ, ਮਿਸਰ ਜੀ ਕਿਵੇਂ ਮੇਰੇ ਵੀਰ ਦੀ ਜਿੰਦ ਬਚਾਓ। ਮਿਸਰ, ਫਿਕਰ ਨਾ ਕਰੋ ਦੀਵਾਨ ਜੀ, ਹੁਣੇ ਇੱਕ ਇਤਬਾਰੀ ਆਦਮੀ ਬੁਲਾਓ ਜੋ ਰਾਮ ਲਾਲ ਨੂੰ ਕੱਲ ਹੀ ਮੋੜ ਕੇ ਇੱਥੇ ਲੈ ਆਵੇ ਤੇ ਅੰਦਰ ਵੜ ਕੇ ਸਮਝਾ ਬੁਝਾ ਲਓ। ਇਉਂ ਗੱਲ ਬਾਹਰ ਨਾ ਨਿਕਲੇਗੀ। ਹਜੇ ਵੇਲਾ ਹੈ, ਭਲਾ ਜੇ ਸਮਝ ਜਾਏ। ਜੇ ਹੋਰ ਕੁਛ ਚਿਰ ਸਿੱਖਾਂ ਦੀ ਸੰਗਤ ਰਹੀ ਤਾਂ ਫਿਰ ਉਸਨੂੰ ਸਮਝਾਏ ਤੇ ਵੀ ਅਸਰ ਨਹੀਂ ਹੋਣਾ। ਦੀਵਾਨ, ਮਿਸਰ ਜੀ ਸਭ ਨੌਕਰ ਆਪ ਦੇ ਹਾਜ਼ਰ ਹਨ, ਜੋ ਕੁਝ ਕਰਨਾ ਹੈ ਕਰੋ, ਮੇਰੀ ਤਾਂ ਹੋਸ਼ ਟਿਕਾਣੇ ਨਹੀਂ। ਮਿਸਰ ਜੀ ਉੱਠੇ ਅਰ ਉਸੇ ਵੇਲੇ ਘਰ ਦੇ ਇਤਬਾਰੀ ਆਦਮੀ ਇਹ ਸੁਨੇਹਾ ਦੇ ਕੇ ਤੁਰੇ ਕਿ ਦੀਵਾਨ ਸਾਹਿਬ ਸਖਤ ਬਿਮਾਰ ਹਨ, ਰਾਮ ਲਾਲ ਨੂੰ ਯਾਦ ਕਰਦੇ ਹਨ, ਬੈਠਾ ਸੁੱਤਾ ਛੇਤੀ ਉਪੜੇ। ਪੰਡਿਤ ਜੀ ਇਹ ਕੰਮ ਕਰਕੇ ਮੁੜ ਅੰਦਰ ਆਏ। ਦੀਵਾਨਣੀ ਨੇ ਕੁਝ ਮੋਹਰਾਂ ਆਪ ਦੀ ਨਜ਼ਰ ਕੀਤੀਆਂ ਅਰ ਪੈਰਾਂ ਤੇ ਡਿੱਗ ਕੇ ਵਾਸਤੇ ਪਾਏ ਕਿ ਕਿਵੇਂ ਮੇਰਾ ਲਾਲ ਮੇਰੇ ਘਰ ਇੱਕ ਵਾਰੀ ਪਹੁੰਚ ਪਵੇ। ਸਾਰੇ ਟੱਬਰ ਨੂੰ ਪਿਆਰ ਦਲਾਸੇ ਦੇ ਕੇ ਪੰਡਿਤ ਜੀ ਤਾਂ ਘਰ ਨੂੰ ਵਿਦਾ ਹੋਏ ਤੇ ਮਗਰੋਂ ਦੀਵਾਨ ਦੇ ਵੱਡੇ ਪੁੱਤਰ ਨੇ ਆ ਕੇ ਹਾਲ ਸੁਣਿਆ। ਉਹ ਵੀ ਉਦਾਸ ਹੋ ਕੇ ਟੁਰ ਗਿਆ। ਮਾਪਿਆਂ ਦੇ ਸਾਹਮਣੇ ਤਾਂ ਰੋਇਆ ਸੀ, ਪਰ ਆਪਣੀ ਵਹੁਟੀ ਦੇ ਪਾਸ ਜਾ ਕੇ ਖਿੜਖਿੜ ਹੱਸਿਆ ਕਿ ਹੁਣ ਸਾਰੀ ਜਾਇਦਾਦ ਦੇ ਅਸੀਂ ਵਾਰਸ ਹੋਵਾਂਗੇ। ਇੱਕ ਭਰਾ ਅੱਗੇ ਹੀ ਨਲਾਇਕ ਹੈ, ਇੱਕ ਇਹ ਗਿਆ ਗੁਜ਼ਰਿਆ ਹੋ ਗਿਆ, ਬਸ ਹੁਣ ਚਾਰੇ ਚੱਕ ਜਗੀਰ ਸਾਡੀ ਹੈ।